ਦੇਸ਼ ਵਿਦੇਸ਼ ਦੇ ਸਾਰੇ ਮੇਰੇ ਵੀਰਾਂ ਨੂੰ, ਸਿੱਖਾਂ ਨੂੰ, ਪੰਜਾਬੀਆਂ ਨੂੰ, ਵੀਰਾਂ ਭੈਣਾਂ ਨੂੰ, ਸਾਰਿਆਂ ਨੂੰ ਦਸਤੇਦਾਰ ਗੁਰਦਿਆਲ ਸਿੰਘ ਪੈਰਸ ਵੱਲੋਂ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਬਹੁਤ ਹੀ ਜ਼ਰੂਰੀ ਵਿਚਾਰ ਕਰਨ ਲਈ, ਗੱਲਬਾਤ ਕਰਨ ਲਈ, ਆਪ ਜੀ ਨਾਲ ਸਾਂਝ ਪਾਉਣ ਲਈ ਆਪ ਜੀ ਦੇ ਹਾਜ਼ਰ ਹੋਇਆ ਹਾਂ। ਆਪ ਜੀ ਨੇ ਸਮੇਂ-ਸਮੇਂ ਬਹੁਤ ਹੀ ਪਿਆਰ ਤੇ ਸਤਿਕਾਰ ਦਿੱਤਾ ਹੈ। ਜਦੋਂ ਦਸਤਾਰ ਐਕਸ਼ਨ ਕਮੇਟੀ ਬਣਾਈ, ਪ੍ਰਾਂਤ ਦੇ ਵਿੱਚ ਜਿਹੜੀ ਪ੍ਰੋਬਲਮ 2004 ਵਿੱਚ ਆਈ ਸੀ, ਤਾਂ ਸਾਰੀ ਦੁਨੀਆ ਵਿੱਚ ਬੈਠੇ ਸਿੱਖਾਂ ਨੇ, ਪੰਜਾਬੀਆਂ ਨੇ ਬਹੁਤ ਹੀ ਮਾਣ ਸਤਿਕਾਰ ਦਿੱਤਾ, ਅਤੇ ਜਿਸ ਦਾ ਰਿਜ਼ਲਟ ਇਹ ਹੋਇਆ ਕਿ ਜੁਆਨਰ ਵਿੱਚੋਂ 3 ਕੇਸ ਜਿੱਤ ਕੇ ਪੰਥ ਦੀ, ਕੌਮ ਦੀ ਝੋਲੀ ਦੇ ਵਿੱਚ ਦਸਤਾਰ ਐਕਸ਼ਨ ਕਮੇਟੀ ਵੱਲੋਂ ਪਾਏ ਗਏ। ਜੇ ਤੁਹਾਡਾ ਸਹਿਯੋਗ ਅਤੇ ਪਿਆਰ ਅਤੇ ਦੁਆਵਾਂ ਨਾ ਹੁੰਦੀਆਂ ਤਾਂ ਸ਼ਾਇਦ ਅਸੀਂ ਇਹ ਕੁਛ ਨਾ ਕਰ ਪਾਉਂਦੇ। ਉਸ ਤੋਂ ਬਾਅਦ ਵੀ ਜਦੋਂ ਲੋੜ ਪਈ, ਯੂਨਾਈਟਿਡ ਸਿੱਖ ਕੌਂਸਲ, ਗਲੋਬਲ ਸਿੱਖ ਕੌਂਸਲ ਜਿਹੜੀ ਆ, ਜਿਹਦੀ 30-35 ਮੁਲਕਾਂ ਦੇ ਵਿੱਚ ਨੁਮਾਇੰਦਗੀ ਇਸ ਵੇਲੇ ਚੱਲਦੀ ਪਈ ਆ, ਉਹਦੇ ਵਿੱਚ ਵੀ ਸਾਰੇ ਮੁਲਕਾਂ ਦੇ ਵਿੱਚੋਂ ਆਪ ਜੀ ਨੇ ਬਹੁਤ ਹੀ ਸਹਿਯੋਗ ਦਿੱਤਾ। ਅਤੇ ਗਲੋਬਲ ਸਿੱਖ ਕੌਂਸਲ ਇਸ ਵੇਲੇ ਤਕਰੀਬਨ ਸਾਰੇ ਮੁਲਕਾਂ ਦੇ ਵਿੱਚ ਆਪਣੀ ਨੁਮਾਇੰਦਗੀ ਕਰ ਰਹੀ ਆ, ਅਤੇ ਜਿਹੜੇ ਸਿੱਖਾਂ ਦੇ ਮਸਲੇ ਆ ਉਹਨਾਂ ਮਸਲਿਆਂ ਨੂੰ ਉਭਾਰਨ ਵਾਸਤੇ, ਇਕੱਠੇ ਹੋਣ ਵਾਸਤੇ, ਹਮਲਾ ਮਾਰਨ ਵਾਸਤੇ ਆਪ ਆਪਣੀ ਥਾਂ ਦੇ ਉੱਤੇ ਸਾਰੇ ਹੀ ਆਪਣਾ ਯੋਗਦਾਨ ਪਾ ਰਹੇ ਆ। ਪਰ ਅੱਜ ਜਿਸ ਮਸਲੇ ਦੇ ਉੱਤੇ ਦਾਸ ਸਾਹਿਬ ਜੀ ਨਾਲ ਗੱਲ ਕਰਨ ਜਾ ਰਿਹਾ, ਉਹ ਵੀ ਇਹਨਾਂ ਸਾਰੇ ਮਸਲਿਆਂ ਤੋਂ ਹੀ ਕਿਤੇ ਬਹੁਤ ਜ਼ਿਆਦਾ ਗੰਭੀਰ ਮਸਲਾ ਹੈ। ਜਿੱਦਾਂ ਤੁਸੀਂ ਦੇਖਿਆ ਹੈ ਕਿ ਪਿਛਲੇ 30-35 ਸਾਲਾਂ ਤੋਂ ਜਿਹੜਾ ਪੰਥ ਦਾ, ਕੌਮ ਦੇ ਜਿੰਨੇ ਵੀ ਕਾਰਜ ਸੀਗੇ, ਉਹ ਬਹੁਤ ਕਿਸੇ ਐਸੇ ਤਰੀਕੇ ਦੇ ਨਾਲ, ਕਿਸੇ ਸਾਜ਼ਿਸ਼ ਦੇ ਨਾਲ ਉਹਨਾਂ ਨੂੰ ਮਧੋੜਿਆ ਗਿਆ, ਉਹਨਾਂ ਨੂੰ ਨਖੇੜਿਆ ਗਿਆ, ਅਤੇ ਕੋਈ ਵੀ ਪੰਥ ਦਾ ਉਹ ਕੰਮ ਜਿਹਦੇ ਨਾਲ ਪੰਥ ਨੇ, ਕੌਮ ਨੇ ਚੜ੍ਹਦੀ ਕਲਾ ਵਿੱਚ ਜਾਣਾ ਸੀ, ਜਿਸ ਮਿਸ਼ਨ ਵਾਸਤੇ ਸਾਡੇ ਗੁਰੂ ਸਾਹਿਬਾਂ ਨੇ ਇਹ ਪੰਥ ਅਤੇ ਕੌਮ ਦੀ ਸਾਡੀ ਰਚਨਾ ਕੀਤੀ ਸੀ, ਉਹ ਸਾਡੇ ਦੇ ਸਾਰੇ ਹੀ ਅਧੂਰੇ ਮਸਲੇ ਉਸੇ ਤਰੀਕੇ ਨਾਲ ਪਏ ਰਹਿ ਗਏ। ਕਿਉਂਕਿ ਜਿੱਥੇ ਪੰਥ ਨੇ ਨੁਮਾਇੰਦਗੀ ਕਰਨੀ ਸੀ, ਜਿੱਥੇ ਕੌਮ ਨੇ ਨੁਮਾਇੰਦਗੀ ਕਰਨੀ ਸੀ, ਉੱਥੇ ਇੱਕ ਪਰਿਵਾਰ ਨੇ, ਇੱਕ ਘਰ ਨੇ, ਇੱਕ ਸਿਆਸੀ ਲੀਡਰਾਂ ਨੇ ਉਹਨੂੰ ਆਪਣੇ ਕਬਜ਼ੇ ਵਿੱਚ ਕਰ ਰੱਖਿਆ। ਅਤੇ ਜਿਸ ਕਬਜ਼ੇ ਵਿੱਚ ਰੱਖਣ ਦੇ ਨਾਲ ਸਾਡੇ ਜਿਹੜੀ ਮਿਸ਼ਨ ਜਿਹੜਾ ਸੀਗਾ ਸਾਡੇ ਗੁਰੂ ਸਾਹਿਬਾਂ ਦਾ, ਉਹ ਅਜੇ ਤੱਕ ਉਹ ਅਧੂਰਾ ਪਿਆ। ਭਾਵੇਂ ਇਸ ਸਾਰੇ ਚੱਲਦੇ ਮਸਲੇ ਦੇ ਵਿੱਚ ਸਮੇਂ-ਸਮੇਂ ਬਹੁਤ ਸਾਰੀਆਂ ਆਵਾਜ਼ਾਂ ਉੱਠੀਆਂ ਕੌਮ ਦੇ ਕੁਛ ਵੀਰਾਂ ਵੱਲੋਂ, ਸਖੇਰਦ ਲੀਡਰਾਂ ਵੱਲੋਂ, ਪਰ ਉਹਦਾ ਦਬਦਬਾ ਇਸ ਤਰੀਕੇ ਦਾ ਬਣਾਇਆ ਗਿਆ ਸੀਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਵੀ ਕਬਜ਼ਾ ਉਹਨਾਂ ਦਾ, ਅਤੇ ਸਿਆਸਤ ਦੇ ਉੱਤੇ ਵੀ ਕਬਜ਼ਾ ਉਹਨਾਂ ਦਾ। 15 ਸਾਲ ਉਹ ਮੁੱਖ ਮੰਤਰੀ ਵੀ ਰਹੇ, ਅਤੇ ਕਿਤਨੇ ਸਾਲਾਂ ਤੋਂ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਬਜ਼ਾ ਵੀ ਉਹਨਾਂ ਦਾ ਬਾਦਲ ਪਰਿਵਾਰ ਦਾ ਰਿਹਾ, ਜਿਸ ਕਰਕੇ ਉਹਨਾਂ ਨੇ ਆਪਣੇ ਤਰੀਕੇ ਨਾਲ ਹੀ ਉਹਨੂੰ ਚਲਾਉਣ ਦੀ ਕੋਸ਼ਿਸ਼ ਕੀਤੀ, ਜਿਹਦੇ ਵਿੱਚੋਂ ਪੰਥ ਅਤੇ ਕੌਮ ਦਾ, ਅਤੇ ਜਿਹੜੇ ਗੁਰੂ ਨਾਨਕ ਦੇਵ ਜੀ ਦਾ ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਵੀ ਮਿਸ਼ਨ ਸੀਗਾ, ਉਹ ਸਾਰੇ ਦਾ ਸਾਰਾ ਮਿਸ਼ਨ ਜਿਹੜਾ ਉਸੇ ਤਰੀਕੇ ਨਾਲ ਅਧੂਰਾ ਰਹਿ ਗਿਆ। ਜਿਹੜਾ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ, ਜਿਹਦੇ ਅੱਗੇ ਸਾਰੀ ਦੁਨੀਆ ਦਾ ਸੀਸ ਝੁਕਦਾ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਿਹੜਾ ਅਕਾਲ ਤਖ਼ਤ ਸਾਹਿਬ ਆ, ਜਿਸ ਤੋਂ ਸੱਚ ਤੇ ਧਰਮ ਦੀ ਆਵਾਜ਼ ਉੱਠਦੀ ਸੀ, ਉਸ ਨੂੰ ਆਪਣੇ ਕਬਜ਼ੇ ਵਿੱਚ ਇਹਨਾਂ ਨੇ ਬਣਾ ਕੇ ਰੱਖਿਆ। ਅਤੇ ਆਪਣੇ ਤਰੀਕੇ ਦੇ ਨਾਲ ਅੱਜ ਤੱਕ ਵੀ ਇਹ ਹੁਕਮਨਾਮੇ ਜਿਹੜੇ ਆ ਗਲਤ ਤਰੀਕੇ ਨਾਲ ਜਾਰੀ ਕਰ ਲੈਂਦੇ ਆ, ਅਤੇ ਗਲਤ ਤਰੀਕੇ ਨਾਲ ਵਾਪਸ ਲੈ ਲੈਂਦੇ। ਕੌਮ ਅਤੇ ਪੰਥ ਦੀ ਕੋਈ ਗੱਲ ਨਹੀਂ ਹੁੰਦੀ। ਗਰੀਬ ਅਤੇ ਮਜ਼ਲੂਮਾਂ ਦੀ ਰੱਖਿਆ ਕਰਨੀ ਸੀ, ਜਿੱਥੇ ਜਿਹਨਾਂ ਉਹਨਾਂ ਸਹਾਰਾ ਬਣਨਾ ਸੀ, ਉੱਥੇ ਉਹ ਸਹਾਰਾ ਬਣਨ ਦੀ ਬਜਾਏ ਜਿਹੜੇ ਆਪਣੇ ਲੀਡਰ ਸੀਗੇ ਜਾਂ ਜਿਹੜੇ ਆਪਣੇ ਵਰਕਰ ਸੀਗੇ, ਉਹਨਾਂ ਨੂੰ ਹੀ ਇਹ ਪ੍ਰਮੋਟ ਕਰਦੇ ਰਹੇ। ਪਰ ਕੌਮ ਦਾ ਇਹਨਾਂ ਨੇ ਕੁਛ ਨਹੀਂ ਸੋਚਿਆ। ਪਰ ਜਥੇਦਾਰ ਭਾਈ ਰਣਜੀਤ ਸਿੰਘ ਜੀ, ਜਿਨ੍ਹਾਂ ਨੇ ਇੱਕ ਬਹੁਤ ਹੀ ਕੌਮ ਦੀ ਉਸ ਸਮੇਂ ਡਿੱਗੀ ਹੋਈ ਪੱਗ ਨੂੰ ਸਿਰ ਦੇ ਉੱਤੇ ਰੱਖਿਆ, ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ, ਅਤੇ ਅਗਲੇ ਦੇ ਘਰ ਜਾ ਕੇ 1978 ਦੇ ਵਿੱਚ 13 ਸਿੰਘਾਂ ਨੂੰ ਸ਼ਹੀਦ ਕਰਕੇ, ਅਤੇ ਕੌਮ ਨੂੰ ਲਲਕਾਰ ਦੇ ਕੇ ਉਹ ਜਿਹੜਾ ਬੰਦਾ ਸੀਗਾ, ਉਹਨੂੰ ਸੇਫ ਇਹਨਾਂ ਨੇ ਦਿੱਲੀ ਪਹੁੰਚਾ ਦਿੱਤਾ। ਪਰ ਉਹਦਾ ਜਿਹੜਾ ਬਦਲਾ ਲਿਆ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ, ਉਹਦੇ ਘਰ ਜਾ ਕੇ ਉਹ ਪਾਪੀ ਦਾ ਜਿਹੜਾ ਉਹ ਖਤਮ ਕੀਤਾ। ਕੌਮ ਨੇ ਉਹਨਾਂ ਨੂੰ ਸਤਿਕਾਰ ਬਖਸ਼ਿਆ, ਅਤੇ ਉਹਨਾਂ ਨੂੰ ਅਕਾਲ ਤਖ਼ਤ ਦੀ ਜਥੇਦਾਰੀ ਜਿਹੜੀ ਬਖਸ਼ੀ। ਪਰ ਇਹ ਜਿਹੜੇ ਲੀਡਰ ਸੀਗੇ, ਇਹਨਾਂ ਨੂੰ ਉਹ ਮਨਜ਼ੂਰ ਨਾ ਹੋ ਸਕਿਆ, ਕਿਉਂਕਿ ਉਹ ਪੰਥ ਦੇ, ਕੌਮ ਦੇ ਲੀਡਰ ਸੀਗੇ। ਪਰ ਇਹ ਇਹਨਾਂ ਨੂੰ ਆਪਣੇ ਹੁਕਮਨਾਮ ਜਿਹੜੇ ਮਨਾਉਣੇ ਚਾਹੁੰਦੇ ਸੀ ਵੀ ਸਾਡੇ ਤਰੀਕੇ ਨਾਲ ਚੱਲੇ। ਪਰ ਉਹਨਾਂ ਨੇ ਕਿਹਾ ਮੈਂ ਕੌਮ ਦਾ ਹਾਂ, ਅਤੇ ਕੌਮ ਦਾ ਬਣ ਕੇ ਹੀ ਰਹਿਣਾ, ਆਪਣੀ ਜ਼ਿੰਦਗੀ ਕੌਮ ਦੇ ਲੇਖੇ ਲਾਈ ਅਤੇ ਕੌਮ ਦੇ ਲੇਖੇ ਹੀ ਲਾਵਾਂਗਾ। ਇਹਨਾਂ ਨੇ ਥੋੜ੍ਹੀ ਦੇਰ ਬਾਅਦ ਕਿਸੇ ਨਾ ਕਿਸੇ ਬਹਾਨੇ ਬਣਾ ਕੇ ਉਹਨਾਂ ਨੂੰ ਉਸ ਸੇਵਾ ਤੋਂ ਮੁਕਤ ਕਰ ਦਿੱਤਾ। ਉਸ ਤੋਂ ਬਾਅਦ ਜਥੇਦਾਰ ਸਾਹਿਬ ਭਾਈ ਰਣਜੀਤ ਸਿੰਘ ਹੁਣਾਂ ਨੇ ਵਾਰ-ਵਾਰ ਸਮੇਂ-ਸਮੇਂ ਕੌਮ ਨੂੰ ਜਿਤਾਇਆ ਕਿ ਇਹ ਬੰਦੇ ਜਿਹੜੇ ਆ, ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਾ ਸੀ ਕਿਹੜੇ ਤਰੀਕੇ ਨਾਲ ਇਹ ਬੰਦੇ
ਕੌਮ ਨੂੰ ਵੇਚ ਰਹੇ ਆ, ਕਿਹੜੇ ਤਰੀਕੇ ਨਾਲ ਕੌਮ ਨੂੰ ਬਦਨਾਮ ਕਰ ਰਹੇ ਆ, ਤੇ ਕਿਹੜੇ ਤਰੀਕੇ ਨਾਲ ਜਿਹੜੇ ਕੌਮ ਦੇ ਸਿਧਾਂਤ ਆ ਸਾਡੇ ਗੁਰੂ ਸਾਹਿਬਾਂ ਨੇ ਬਣਾਏ ਉਹਨਾਂ ਨੂੰ ਇਹ ਖੋਰਾ ਲਾ ਰਹੇ ਆ। ਉਹਨਾਂ ਨੇ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਲੋਕ ਜਿਹੜੇ ਆ ਸਮਝ ਨਹੀਂ, ਕਿਉਂਕਿ ਅਸੀਂ ਇਹਨਾਂ ਦੀਆਂ ਚਾਲਾਂ ਦੇ ਵਿੱਚ ਫਸ ਜਾਂਦੇ ਸੀ। ਪਰ ਅੱਜ ਲੋੜ ਆ, ਅੱਜ ਸਮਾਂ ਵੀ ਆ, ਜੇ ਅਸੀਂ ਅੱਜ ਵੀ ਨਾ ਜਾ ਕੇ ਤੇ ਸ਼ਾਇਦ ਆਉਣ ਵਾਲਾ ਸਮਾਂ ਜਿਹੜਾ ਸਾਡੇ ਲਈ ਬਹੁਤ ਜ਼ਿਆਦਾ ਭਿਆਨਕ ਹੋਊਗਾ। ਸਾਨੂੰ ਲੋੜ ਆ ਕਿ ਅਸੀਂ ਜਾਗੀਏ, ਜਿਸ ਤਰੀਕੇ ਨਾਲ ਬਾਕੀ ਦਾ ਸਾਰਾ ਪੰਜਾਬ ਜਾਗਿਆ, ਇਸੇ ਤਰੀਕੇ ਨਾਲ ਅਸੀਂ ਕੌਮੀ ਤੌਰ 'ਤੇ, ਪੰਜਾਬੀਅਤ ਦੇ ਤੌਰ ਦੇ ਉੱਤੇ ਅਸੀਂ ਜਾਗੀਏ। ਜਿੰਨੇ ਵੀ ਗੁਰੂ ਨਾਨਕ ਲੇਵਾ ਸਿੱਖ ਹੈਗੇ ਆ ਦੁਨੀਆ ਦੇ ਵਿੱਚ ਵਸਦੇ, ਸਾਨੂੰ ਇਸ ਸਮੇਂ ਜਾਗਣ ਦੀ ਲੋੜ ਆ। ਜਥੇਦਾਰ ਭਾਈ ਰਣਜੀਤ ਸਿੰਘ ਹੁਣਾਂ ਨੇ ਪੰਥਕ ਅਕਾਲੀ ਲਹਿਰ ਦੇ ਨਾਂ ਦੇ ਉੱਤੇ ਇੱਕ ਬਹੁਤ ਵੱਡੀ ਜਥੇਬੰਦੀ ਜਿਹੜੀ ਤਿਆਰ ਕੀਤੀ ਆ, ਜਿਹਦੇ ਵਿੱਚ ਬਹੁਤ ਹੀ ਸੁਹਿਰਦ ਬੀਬੇ, ਪੜ੍ਹੇ ਲਿਖੇ, ਇਮਾਨਦਾਰ ਲੋਕ ਜਿਹੜੇ ਆ ਉਹ ਉਹਨਾਂ ਦੇ ਨਾਲ ਜੁੜੇ ਆ, ਜਿਨ੍ਹਾਂ ਨੇ ਉਹਨਾਂ ਨੂੰ ਮਜਬੂਰ ਕੀਤਾ ਕਿ ਤੁਸੀਂ ਅੱਗੇ ਆਓ, ਹੌਸਲਾ ਨਹੀਂ ਛੱਡਣਾ, ਤੁਸੀਂ ਅੱਗੇ ਆਓ। ਕੌਮ ਜਿਹੜੀ ਆ ਉਹਨੂੰ ਲੋੜ ਹੈ ਇਸ ਵੇਲੇ, ਕਿਉਂਕਿ ਕੌਮ ਦੇ ਵਿੱਚ ਇਹਨਾਂ ਲੀਡਰਾਂ ਨੇ ਇਸ ਤਰੀਕੇ ਨਾਲ ਕਰਤਾ ਸੀ ਕਿ ਕੌਮ ਦੇ ਵਿੱਚੋਂ ਚੰਗੇ ਦਰਦ ਵਾਲੇ ਲੋਕ ਲੱਭਣੇ ਵੀ ਬਹੁਤ ਔਖੇ ਸੀ। ਪਰ ਅੱਜ ਉਹ ਇਕੱਠੇ ਹੋਏ, ਉਹਨਾਂ ਦੇ ਗਰੁੱਪ ਬਣੇ ਹਨ ਤੇ ਬੜੀ ਉਹਨਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਬੜੀ ਮਿਹਨਤ ਕੀਤੀ ਆ ਜਥੇਦਾਰ ਸਾਹਿਬ ਉਹਨਾਂ ਨੇ, ਤੇ ਉਹਨਾਂ ਦੀ ਜਿਹੜੀ ਵੀ ਜਥੇਬੰਦੀ ਹੈਗੀ ਆ ਪੰਥਕ ਅਕਾਲੀ ਲਹਿਰ, ਉਹਦੇ ਸਾਰੇ ਮੈਂਬਰਾਂ ਨੇ ਬੜੀ ਜਦੋਜਹਿਦ ਕੀਤੀ ਆ। ਤੇ ਸਾਨੂੰ ਯੂਰਪ ਵਿੱਚ ਬੈਠਿਆਂ ਨੂੰ ਅਸੀਂ ਸਮੇਂ-ਸਮੇਂ ਦਰਦ ਤਾਂ ਕਰਦੇ ਹਾਂ, ਸਮੇਂ-ਸਮੇਂ ਬਿਆਨ ਵੀ ਲਾਉਂਦੇ ਹਾਂ, ਪਰ ਅੱਜ ਸਾਨੂੰ ਇਹ ਪੰਥਕ ਅਕਾਲੀ ਲਹਿਰ ਦੇ ਜਿਹੜਾ ਹਿੱਸਾ ਬਣਨ ਦੀ ਲੋੜ ਆ। ਕਿਉਂਕਿ ਜੇ ਅਸੀਂ ਹਿੱਸਾ ਬਣ ਕੇ ਨਹੀਂ ਲੜਾਂਗੇ, ਜੇ ਅਸੀਂ ਇਕੱਠੇ ਹੋ ਕੇ ਨਹੀਂ ਲੜਾਂਗੇ, ਤੇ ਸ਼ਾਇਦ ਅੱਜ ਵੀ ਉਹਨਾਂ ਰਾਣੂ ਮਹੰਤਾਂ ਤੋਂ ਆਪਣੇ ਗੁਰਦੁਆਰੇ ਜਿਹੜੇ ਆ ਪੂਰੇ ਤੌਰ 'ਤੇ ਯਾਦ ਨਹੀਂ ਕਰਾ ਸਕਦੇ। ਅੱਜ ਸਾਨੂੰ ਉਹ ਗੁਰਦੁਆਰੇ ਜਿਹੜੇ ਆ ਉਹ ਯਾਦ ਕਰਾਉਣ ਦੀ ਲੋੜ ਆ। ਅਗਰ ਅਸੀਂ ਗੁਰਦੁਆਰੇ ਆਪਣੇ ਯਾਦ ਕਰ ਲਏ ਤੇ ਜਿਹੜੀ ਸਾਡੀ ਕੌਮ ਆ ਜਿੱਦਾਂ ਅੱਗੇ ਚੜ੍ਹਦੀ ਕਲਾ 'ਚ ਗਈ ਸੀ, ਉਸੇ ਤਰੀਕੇ ਨਾਲ ਗਾਂਹ ਵੀ ਚੜ੍ਹਦੀ ਕਲਾ ਜਾ ਰਹੇ। ਕੌਮ ਦੇ ਵਿੱਚ ਕੋਈ ਪ੍ਰੋਬਲਮ ਨਹੀਂ, ਪਰ ਜਦੋਂ ਵੀ ਮਾਰਿਆ ਸਾਨੂੰ ਸਾਡੇ ਲੀਡਰਾਂ ਨੇ ਮਾਰਿਆ। ਪਰ ਅੱਜ ਸਾਡੇ ਕੋਲ ਇੱਕ ਇਮਾਨਦਾਰ, ਬਹਾਦਰ, ਸੂਰਮਾ ਯੋਧਾ ਕੌਮ ਦਾ ਲੀਡਰ ਸਾਡੇ ਕੋਲ ਹੈ, ਤੇ ਸਾਨੂੰ ਇਸ ਸਮੇਂ ਦੀ ਆਵਾਜ਼ ਸਮਝ ਕੇ ਉਹਨਾਂ ਦਾ ਪੂਰਾ ਸਾਥ ਦੇਣਾ ਚਾਹੀਦਾ, ਉਹਨਾਂ ਨਾਲ ਮਿਲ ਕੇ ਚੱਲਣਾ ਚਾਹੀਦਾ, ਤਾਂ ਕਿ ਅਸੀਂ ਜਿਹੜੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੰਥ ਦੇ ਕੌਮ ਦੇ ਕਾਰਜ ਆ ਉਹਨਾਂ ਨੂੰ ਨੇਪਰੇ ਚਾੜ੍ਹ ਸਕੀਏ। ਆਪਾਂ ਇਕੱਠੇ ਹੋਵਾਂਗੇ ਯੂਰਪ ਦੇ ਵਿੱਚ ਵੀ, ਦੁਨੀਆ ਦੇ ਵਿੱਚ ਵੀ। ਥੋੜ੍ਹੇ ਦਿਨਾਂ ਤੱਕ ਅਸੀਂ ਤੁਹਾਨੂੰ ਆਪਣੀ ਫੇਸਬੁੱਕ ID ਜੋ ਵੀ ਹੈ, ਆਪਣੇ ਟੈਲੀਫੋਨ ਵੀ ਦੇਵਾਂ, ਜਿਹਦੇ ਵਿੱਚ ਤੁਸੀਂ ਆਪਣੇ ਸਾਰੇ ਸੁਝਾਅ ਭੇਜੋ। ਅਸੀਂ ਇਹਦੀ ਸ਼ੁਰੂਆਤ ਜਿਹੜੀ ਆ ਪੈਰਿਸ ਫਰਾਂਸ ਦੇ ਵਿੱਚੋਂ ਜਿਹੜੀ ਆ ਯੂਰਪ ਵੱਲੋਂ ਇੱਕ ਕਮੇਟੀ ਅਸੀਂ ਬਣਾਵਾਂਗੇ, ਜਿਹਦੇ ਵਿੱਚ ਯੂਰਪ ਦੇ ਵਿੱਚ ਸਾਰੇ ਦੇ ਸਾਰੇ ਮੁਲਕਾਂ ਦੇ ਵਿੱਚ ਉਹਦੇ ਨੁਮਾਇੰਦੇ ਹੋਣਗੇ। ਉਹ ਆਪਣੇ ਤਰੀਕੇ ਨਾਲ ਜੋ ਵੀ ਉਹਨਾਂ ਦੇ ਸੁਝਾਅ ਹੈ, ਜੋ ਵੀ ਉਹਨਾਂ ਦੇ ਮਤ ਡਾਇਰੈਕਟ ਤੌਰ 'ਤੇ ਵੀ ਜਥੇਦਾਰ ਸਾਹਿਬ ਨਾਲ ਗੱਲ ਕਰ ਸਕਦੇ ਆ, ਜਾਂ ਅਸੀਂ ਇਕੱਠੇ ਹੋ ਕੇ ਵੀ ਸਾਰੇ ਉੱਥੇ ਗੱਲ ਕਰ ਸਕਦੇ ਹਾਂ। ਬਾਕੀ ਦੁਨੀਆ ਦੇ ਵਿੱਚ ਵੀ ਜਿੱਥੇ ਵੀ ਸਿੱਖ ਬੈਠੇ ਹਨ, ਸਾਨੂੰ ਸਾਰਿਆਂ ਨੂੰ ਇਸ ਸਮੇਂ ਜਿਹੜੀ ਆ ਲੋੜ ਆ। ਜਿਹੜੇ ਤਰੀਕੇ ਨਾਲ ਤੁਸੀਂ ਵੀਰੋ ਭੈਣੋ ਸਾਨੂੰ ਅੱਗੇ ਪਹਿਲੋਂ ਸਾਥ ਦਿੱਤਾ ਹੈ, ਤੇ ਅਸੀਂ ਉਸ ਸਮੇਂ ਆਪਣੀ ਜਿਹੜੀ ਪੱਗ ਦੀ ਲੜਾਈ ਲੜੀ ਤੇ ਅਸੀਂ ਉਹ 'ਚ ਫਤਿਹ ਪ੍ਰਾਪਤ ਕੀਤੀ। ਇਹ ਗੱਲ ਵੱਖਰੀ ਆ ਕਿ ਸਰਕਾਰਾਂ ਜਿਹੜੀਆਂ ਉਹ ਮੰਨਣ ਜਾਂ ਨਾ ਮੰਨਣ, ਉਹ ਕਦੋਂ ਮੰਨਣ, ਪਰ ਇਤਿਹਾਸ ਜਿਹੜਾ ਆ ਉਹ ਗਵਾਇਆ, ਇਤਿਹਾਸ ਬਣਿਆ ਹੈ। ਸਾਡੇ ਕੋਲ ਸਮਾਂ ਆਉਣ ਦੇ ਉੱਤੇ ਉਹ ਸਾਰਾ ਜਿਹੜਾ ਉਹ ਨਸ਼ਰ ਹੋਵੇਗਾ, ਤੇ ਅੱਜ ਸਾਨੂੰ ਇਸ ਚੀਜ਼ ਦੀ ਲੋੜ ਆ ਤੇ ਸਾਨੂੰ ਇਕੱਠੇ ਹੋਣ ਦੀ ਲੋੜ ਆ। ਮੈਂ ਨਿਮਰਤਾ ਸਹਿਤ ਸਾਰਿਆਂ ਦੇ ਚਰਨਾਂ ਵਿੱਚ ਫਿਰ ਬੇਨਤੀ ਕਰਦਾ ਹਾਂ, ਆਓ ਵੀਰੋ ਭੈਣੋ, ਬਜ਼ੁਰਗੋ, ਸੂਰਮਿਓ, ਯੋਧਿਓ, ਤੁਸੀਂ ਬਹੁਤ ਕੁਝ ਕਰ ਸਕਦੇ ਹੋ, ਤੁਹਾਡੇ ਕੋਲ ਬੜੀ ਤਾਕਤ ਹੈ। ਸਿਰਫ ਇਕੱਲੀ ਬੰਦੂਕ ਦੇ ਲੜਨ ਦੇ ਨਾਲ ਹੀ ਸੂਰਮਾ ਯੋਧਾ ਨਹੀਂ ਹੁੰਦਾ, ਪਰ ਜਿਹੜਾ ਸਮੇਂ ਦੀ ਆਵਾਜ਼ ਨੂੰ ਪਹਿਚਾਣ ਕੇ ਤੇ ਇਕੱਠੇ ਹੋ ਕੇ ਆਪਣੇ ਭਰਾਵਾਂ ਨੂੰ, ਵਿਛੜਿਆਂ ਨੂੰ ਗਲੇ ਨਾਲ ਲਾ ਕੇ ਤੇ ਉਸ ਜਿਹੜਾ ਜ਼ਾਲਮ ਹੈ ਉਹਨੂੰ ਪਹਿਚਾਣ ਕਰਕੇ ਉਸ ਸਮੇਂ ਦੇ ਮੁਤਾਬਕ ਉਸ ਨੂੰ ਸੱਟ ਮਾਰ ਸਕੇ, ਉਹੀ ਸੂਰਮਾ ਯੋਧਾ ਹੁੰਦਾ ਹੈ। ਤੇ ਜੇ ਅਸੀਂ ਆਪਸ ਵਿੱਚ ਹੀ ਲੜਦੇ ਰਹੇ ਤੇ ਉਹ ਜਿਹੜੇ ਉਸ ਦਾ ਫਿਰ ਉਸੇ ਤਰੀਕੇ ਨਾਲ ਨਜਾਇਜ਼ ਫਾਇਦਾ ਉਠਾ ਲੈਣਗੇ। ਤੇ ਸਾਨੂੰ ਸਾਰਾ ਕੁਝ ਭੁੱਲ ਕੇ, ਤੁਸੀਂ ਕਿਸੇ ਜਥੇਬੰਦੀ ਵਿੱਚ ਹੋ, ਤੁਸੀਂ ਕਿਸੇ ਵੀ ਤਰੀਕੇ ਨਾਲ ਕਿਹਨੂੰ ਮੰਨਦੇ ਹੋ, ਤੇ ਸਾਨੂੰ ਉਸ ਚੀਜ਼ ਨਾਲ ਕੋਈ ਵਾਸਤਾ ਨਹੀਂ। ਜਥੇਦਾਰ ਸਾਹਿਬ ਨੇ ਬਹੁਤ ਹੀ ਬੜੇ ਸੋਹਣੇ ਜਿਹੇ ਤਰੀਕੇ ਨਾਲ ਜਿਹੜਾ ਆਪਣਾ ਵਿਧਾਨ ਬਣਾਇਆ ਹੈ, ਜਿਹਦੇ ਵਿੱਚ ਇਹ ਗੱਲ ਕਲੀਅਰ ਕੀਤੀ ਗਈ ਹੈ, ਤੁਸੀਂ ਕਿਸੇ ਵੀ ਪੋਲੀਟੀਕਲ ਜਥੇਬੰਦੀ ਨੂੰ ਸਾਥ ਦਿੰਦੇ ਹੋ, ਕਿਸੇ ਦੇ ਵਿੱਚ ਵਿਚਰਦੇ ਹੋ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਜਿਹੜੇ ਵੀ ਗੁਰਸਿੱਖ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਤੇ ਚੱਲਦੇ ਆ, ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਆ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ, ਉਹ ਸਾਰੇ ਹੀ ਇਹਦਾ ਹਿੱਸਾ ਬਣ ਸਕਦੇ ਆ। ਪਰ ਇਸ ਹਿੱਸਾ ਬਣਨ ਵਾਲੇ ਜਿਹੜੇ ਵੀ ਮੇਰੇ ਵੀਰ ਹੋਣ ਪੰਥ ਅਕਾਲੀ ਲਹਿਰ ਦੇ ਵਿੱਚ, ਉਹ ਸਾਰੇ ਦੇ ਸਾਰੇ ਪੋਲੀਟੀਕਲ ਜਿਹੜੇ ਆ ਉਹ ਕੰਮ ਨਹੀਂ ਕਰ ਸਕਦੇ, ਉਹ ਪੋਲੀਟੀਕਲ ਦੇ ਵਿੱਚ ਹਿੱਸਾ ਨਹੀਂ ਲੈ ਸਕਦੇ। ਉਹ ਸਿਰਫ ਤੇ ਸਿਰਫ ਸਮਰਪਿਤ ਹੋਣਗੇ ਆਪਣੇ ਧਰਮ ਨੂੰ, ਆਪਣੇ ਪੰਥ ਨੂੰ, ਆਪਣੀ ਕੌਮ ਨੂੰ, ਉਹਨੂੰ ਅੱਗੇ ਲਿਜਾਣ ਵਾਸਤੇ ਉਹ ਜੋ ਵੀ ਆਪਣਾ ਯੋਗਦਾਨ ਪਾਉਣ, ਉਹ ਸਿਰ ਮੱਥੇ ਆ। ਪਰ ਇਹਦੇ ਵਿੱਚ ਕਿਸੇ ਨੂੰ ਪੋਲੀਟੀਕਲ ਤੌਰ ਦੇ ਉੱਤੇ ਫਾਇਦਾ ਲੈਣਾ, ਜਾਂ ਉਹ ਇੱਕ ਪਾਸੇ ਸ਼੍ਰੋਮਣੀ ਕਮੇਟੀ ਦੇ ਵਿੱਚ ਆਉਣਾ, ਦੂਏ ਪਾਸੇ MLA ਦੀਆਂ ਚੋਣਾਂ ਲਾਉਣੀਆਂ, ਐਸਾ ਕੋਈ ਵੀ ਕੰਮ ਜਿਹੜਾ ਉਹ ਨਹੀਂ ਹੋ ਸਕਦਾ।
ਜਿਹੜੇ ਵੀ ਧਾਰਮਿਕ ਤੌਰ ਤੇ, ਕਿਉਂਕਿ ਬਹੁਤ ਪਿਛਲੇ ਸਮੇਂ ਤੋਂ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਮੇਰੇ ਵੀਰ ਭੈਣਾਂ ਇੱਦਾਂ ਦੇ ਹੈਗੇ ਆ ਜਿਹੜੇ ਪੰਥ ਦੀ ਕੌਮ ਦੀ ਸੇਵਾ ਕਰਨੀ ਚਾਹੁੰਦੇ ਆ, ਪਰ ਪੋਲੀਟੀਕਲ ਤੌਰ ਦੇ ਉੱਤੇ ਉਹ ਚਿੱਕੜ ਵਿੱਚ ਨਹੀਂ ਬਣਨਾ ਚਾਹੁੰਦੇ। ਉਹ ਨਹੀਂ ਚਾਹੁੰਦੇ ਵੀ ਇਸ ਚਿੱਕੜ ਵਿੱਚ ਜਾ ਕੇ ਅਸੀਂ ਆਪਣੇ ਜਿਹੜਾ ਜੀਵਨ ਦਾ ਜੋ ਵੀ ਅੱਗੇ ਸਫ਼ਰ ਆ ਉਹਦੇ 'ਤੇ ਕੋਈ ਕਲੰਕ ਲਵਾ ਲਈਏ, ਜਾਂ ਕਿਉਂਕਿ ਇਹ ਸਿਸਟਮ ਹੀ ਇੱਦਾਂ ਦਾ ਗੰਦਾ ਕਰਤਾ ਗਿਆ ਪਿਛਲੇ ਲੰਮੇ ਸਮੇਂ ਦੇ ਤੋਂ, ਜਿਹੜਾ ਕਿ ਧਾਰਮਿਕ ਲੋਕਾਂ ਦੇ ਹੱਥਾਂ ਵਿੱਚ ਨਹੀਂ ਰਿਹਾ। ਦੇਖਣ ਨੂੰ ਧਾਰਮਿਕ ਲੱਗਦੇ ਸੀ ਪਰ ਅੰਦਰੋਂ ਧਾਰਮਿਕ ਨਹੀਂ ਸੀਗੇ, ਅੰਦਰੋਂ ਉਹ ਮਹਾਨਤਾ ਵਾਲੇ ਕੰਮ ਕਰਦੇ ਸੀਗੇ। ਅੱਜ ਵੀ ਮਹਾਨਤਾ ਵਾਲੇ ਕੰਮ ਕਰਦੇ ਆ, ਤੇ ਸਾਡਾ ਫਰਜ਼ ਬਣਦਾ ਕਿ ਉਹ ਸਾਰੇ ਮੇਰੇ ਵੀਰ ਹੌਸਲਾ ਰੱਖਣ, ਅੱਜ ਸਾਡੇ ਨਾਲ ਖੜ੍ਹਨ ਨੂੰ, ਸਾਡੇ ਨਾਲ ਤੁਰਨ ਨੂੰ। ਜਥੇਦਾਰ ਭਾਈ ਰਣਜੀਤ ਸਿੰਘ ਜੀ ਇਹ ਪੂਰਨ ਤੌਰ 'ਤੇ ਤਨੋਂ ਮਨੋਂ ਧਨੋਂ ਜਿਹੜੇ ਆ ਉਹ ਉਹਨਾਂ ਨੇ ਆਪਣੇ ਆਪ ਨੂੰ ਸਮਰਪਿਤ ਕੀਤਾ ਆ। ਉਹਨਾਂ ਦੀ ਸਾਰੀ ਟੀਮ ਦਾ ਅਸੀਂ ਬਹੁਤ 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 ਜ਼ਿਆਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪਣੇ ਆਪ ਨੂੰ ਸਮਰਪਿਤ ਕਰਕੇ ਅੱਗੇ ਹੋ ਕੇ ਤੁਰੇ ਆ। ਤੇ ਕਿਉਂਕਿ ਆਮ ਤੌਰ 'ਤੇ ਦੇਖਿਆ ਗਿਆ ਕਿ ਪੋਲੀਟੀਕਲ ਫਾਇਦੇ ਲੈਣ ਲਈ ਲੋਕ ਅੱਗੇ ਆ ਜਾਂਦੇ, ਪੈਸੇ ਵੀ ਦਿੰਦੇ ਆ, ਸਾਰਾ ਕੁਝ ਕਰਦੇ ਆ, ਪਰ ਆਪਣਾ ਆਪ ਵਾਰਨ ਲਈ ਜਾਂ ਆਪਣੇ ਕੋਲੋਂ ਇੰਨਾ ਸਮਾਂ ਕੱਢਣ ਲਈ ਜਾਂ ਆਪਣੇ ਕੋਲੋਂ ਪੈਸੇ ਵੀ ਲਾਉਣ ਲਈ ਹਰ ਬੰਦਾ ਜਿਹੜਾ ਨਹੀਂ ਆਉਂਦਾ। ਪਰ ਜਿਹੜੇ ਸੂਰਮੇ ਯੋਧੇ ਉਹੋ ਹੀ ਪਾਕੇ ਜਾਂਦੇ ਆ, ਜਿਹੜੇ ਨੰਗੇ ਧੜ ਹੋ ਕੇ ਕੌਮ ਦੀ ਸੇਵਾ ਜਿਹੜੀ ਉਹ ਕਰਦੇ ਆ, ਤੇ ਪਰਮਾਤਮਾ ਉਹਨਾਂ ਨੂੰ ਫਲ ਵੀ ਲਾਉਂਦਾ ਆ। ਤੇ ਨਿਮਰਤਾ ਸਹਿਤ ਦੁਆਰਾ ਇਹੀ ਬੇਨਤੀ ਆ ਕਿ ਸਾਰੇ ਜਾਣੇ ਇਕੱਠੇ ਹੋਵੋ। ਅਸੀਂ ਥੋੜ੍ਹੇ ਦਿਨਾਂ ਤੱਕ ਤੁਹਾਨੂੰ ਆਪਣੇ ਟੈਲੀਫੋਨ ਜਿਹੜੇ ਆ ਉਹ ਵੀ, ਤੇ ਆਪਣੇ ਫੇਸਬੁੱਕ ਜਿਹੜੀ ਆ ਉਹ ਵੀ, ਜੋ ਵੀ ਸਾਰਾ ਵਿਧਾਨ ਆ ਉਹਦੇ ਬਾਰੇ ਵੀ ਜੋ ਤੁਹਾਡੇ ਜਵਾਬ ਹੋਣਗੇ ਉਹਨਾਂ ਵਾਸਤੇ ਵੀ ਇੱਕ ਸਾਈਟ ਬਣਾਵਾਂਗੇ, ਜਿੱਥੇ ਤੁਸੀਂ ਆਪਣੇ ਸਾਰੇ ਸੁਝਾਅ ਭੇਜੋ ਤੇ ਆਪਾਂ ਰਲ ਮਿਲ ਕੇ ਵਿਚਾਰਾਂ ਕਰਕੇ। ਤੇ ਇਹ ਜਿਹੜਾ ਇਸ ਸਮੇਂ ਕੌਮ ਨੂੰ ਲੋੜ ਆ, ਪੰਥ ਨੂੰ ਲੋੜ ਆ, ਆਪਣੇ ਗੁਰੂ ਘਰ ਅਕਾਲ ਤਖ਼ਤ ਸਾਹਿਬ ਨੂੰ ਆਜ਼ਾਦ ਕਰਾਉਣ ਲਈ ਆਪਾਂ ਉਹਦੇ ਵਿੱਚ ਯੋਗਦਾਨ ਪਾਈਏ। ਸ਼ਾਇਦ ਸਾਡੀ ਜ਼ਿੰਦਗੀ ਦਾ ਇੱਕ ਸੁਨਹਿਰੀ ਮੌਕਾ ਹੋਊਗਾ ਕਿ ਅਸੀਂ ਕੁਛ ਨਾ ਕੁਛ ਕਰ ਸਕੀਏ। ਇਹ ਮੌਕੇ ਨੂੰ ਨਾ ਭਜਾਈਏ। ਭੁੱਲਾਂ ਚੁੱਕਾਂ ਨੇ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।